ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਬੀਬੀ ਬਲਜੀਤ ਕੌਰ ਜੀ ਖਾਲਸਾ ਤਿਨਾਂ ਦੇ ਰਾਗੀ ਜਥੇ ਪਾਸੋਂ ਬਹੁਤ ਹੀ ਸੁਰੀਲਾ ਆਨੰਦਮਈ ਰਸ ਬਿਨਾ ਕੀਰਤਨ ਸਰਵਣ ਕਰੇ ਸਾ ਧੰਨਵਾਦ। ਰਾਗੀ ਜਥੇ ਦਾ ਆਓ ਮਾਨਯੋਗ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਪਟਿਆਲੇ ਵਾਲੇ ਤਿਨਾਂ ਪਾਸੋਂ ਸਾਰੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਦੇ ਵਿਚਾਰ 20 ਮਿੰਟ ਲਈ 7:50 ਤੱਕ ਸਰਵਣ ਕਰੀਏ। ਪ੍ਰੰਤ ਸਾਹਿਬ ਅਰਦਾਸ ਹੁਕਮਨਾਮੇ ਤੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਰੱਬ ਇਹ ਮੂਠ ਮੇਰਾ ਕਿਰਪਾ ਨਿਧਾਨ दयाल मुनि दीजै कर संतन का चेरा तय काल लागो जन चरणी निस बासर दस पावो तन मम करो नन सेवा रसना हर गुण गावो तन मन तप करो जन सेवा रसना हर गुण गावो। सन्मानयोग गुरु प्यारी साध संगत जीओ मन बिरतियां नूं करिए एकागर लवाई हाजरी। वाहिगुरु जी का खालसा वाहिगुरु जी की फतेह। सतगुरां दी पार कृपा दा सदका रहमत हुई है। कल युग मैं कीर्तन प्रदाना गुरमुख जपीए लाए ध्याना। संध्या के समय सोदा रहराज साहब जी तो उपरंत कीर्तन की दात सरवणों के राही प्राप्त हो रही सी। पंथ का महान रागी जथा सन्मानयोग बीबी बलजीत कौर अते उन्हां दे साथियों पासों बड़े आनंद वाला कीर्तन आपां सरवण कीता है। हाजरी लगी है। चल रही लड़ीवार गुरबाणी की कथा सरवण करने वास्ते मन बिरतियां नूं कागर करके अपनी सुरती दे पांधी बनना है। साड़ी सुरत कित्थे है, असीं कित्थे है, वाहिगुरू जी का प्यार सानू की दर्शा रहा है। रब की बंदगी वाली सुरती जिहड़ी है वो की दसदी है ते संसार वाली सुरती चो सानू की पता हुण तक लगे। असीं वाहिगुरू जी दे नाल जुड़ के अपनी सुरती नूं
ਸੋਹਣਾ ਬਣਾਉਂਦਾ ਹੈ। ਅਸੀਂ ਸੁਰਤ ਦੁਆਰਾ ਧੁਨ ਮੈਂ ਧਿਆਨ ਮੈਂ ਜਾਣਿਆ ਵਾਲੀ ਭਾਵਨਾ ਨੂੰ ਅਸੀਂ ਪ੍ਰਾਪਤ ਕਰਨਾ ਜਾਣਨਾ ਹੈ। ਰੱਬ ਦੀ ਰਹਿਮਤ ਨੂੰ ਪ੍ਰਾਪਤ ਕਰਕੇ ਪ੍ਰਭੂ ਪਿਆਰ ਵਿੱਚ ਲੀਨ ਹੋਣਾ ਹੈ। ਸੁਰਤੀਆਂ ਨੂੰ ਕਾਗਰ ਕਰੀਏ, ਪਾਤਸ਼ਾਹ ਕਿਰਪਾ ਕਰਨ। ਕੱਲ੍ਹ ਦੀ ਵਿਚਾਰ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ ਵਾਹਿਗੁਰੂ ਜਿਨ੍ਹਾਂ ਦੀ ਬਾਂਹ ਫੜ ਲੈਂਦਾ ਹੈ ਉਹਨਾਂ ਨੂੰ ਇੱਕ ਸੰਸਾਰ ਭਵਜਲ ਸਾਗਰ ਦੇ ਵਿੱਚੋਂ ਕੱਢ ਕੇ ਆਪਣਾ ਬਣਾ ਲੈਂਦਾ ਹੈ। ਵਾਹੇ ਜਿਨ੍ਹਾਂ ਦੀ ਪਕੜੀ ਹੈ ਵਾਲੀ ਭਾਵਨਾ, ਤਾਈਓ ਮੇਰੇ ਸਤਿਗੁਰੂ ਜੀ ਦੇ ਪਿਆਰ ਵਿੱਚ ਆਪਾਂ ਬੰਦਗੀ ਦੇ ਰੂਪ ਵਿੱਚ ਬੰਦਨਾ ਕੀਤੀ ਹੈ। ਪ੍ਰਭ ਇਹ ਹੈ ਮਨੋਰਥ ਮੇਰਾ, ਮੇਰਾ ਵੀ ਦਿਲ ਕਰਦਾ ਹੈ। ਸਤਿਗੁਰੂ ਜੀ ਆਖਦੇ ਨੇ ਕਿ ਮੈਂ ਤੇਰੇ ਸਤਸੰਗੀ ਜਨਾਂ ਦੇ ਪਿਆਰ ਵਿੱਚ ਜੁੜ ਕੇ ਤੇਰੀ ਵਡਿਆਈ ਨੂੰ ਗਾਵਾਂ, ਸੁਣਾ, ਵਿਚਾਰਾਂ। ਮੇਰਾ ਜੀਵਨ ਵੀ ਪਰਵਾਨਿਆ ਜਾਵੇ ਤੇ ਮੇਰਾ ਆਸਰਾ ਸਤਿਗੁਰੂ ਬਣ ਜਾਣ, ਮੇਰੀ ਬਾਂਹ ਪਕੜ ਕੇ ਮੈਨੂੰ ਆਪਣਾ ਬਣਾ ਲੈਣ। ਜਦੋਂ ਮਨ ਦਾ ਖਿਆਲ ਮਨੁੱਖ ਦਾ ਐਸਾ ਬਣਦਾ ਹੈ ਤੇ ਗੁਰੂ ਸਾਹਿਬ ਜ਼ਰੂਰ ਕਿਰਪਾ ਇਸ ਜੀਵ ਮਨੁੱਖ ਨੂੰ ਤਾਰਨ ਵਾਲੀ ਕਿਰਪਾ ਕਰ ਦਿੰਦਾ ਹੈ। ਵੈਸੇ ਤਾਂ ਸਾਡੇ ਜੀਵਾਂ ਤੇ ਹਮੇਸ਼ਾ ਉਹ ਕਿਰਪਾ ਕਰਦਾ ਹੈ। ਕਿਰਪਾ ਕਰਕੇ ਸਾਨੂੰ ਸੁੰਦਰ ਸਰੀਰ, ਧਰਤੀ, ਜਲ, ਪਾਣੀ, ਆਲੂ ਮੰਡਲ ਸਭ ਕੁਛ ਦਿੱਤਾ ਹੈ। ਇੱਕ ਸਭ ਤੋਂ ਵੱਡੀ ਉੱਤਮ ਕਿਰਪਾ ਵਾਹਿਗੁਰੂ ਜੀ ਦੀ ਹੈ ਕਿ ਜਦੋਂ ਬਾਂਹ ਫੜ ਕੇ ਸਾਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਜਦੋਂ ਅਸੀਂ ਸੋਚ ਕਰਕੇ, ਵਿਚਾਰ ਕਰਕੇ, ਅੰਦਰਲੀ ਭਾਵਨਾ ਲੈ ਕੇ ਕੇਵਲ ਪ੍ਰਭੂ ਪਰਮਾਤਮਾ ਨੂੰ ਮਿਲਣ ਵਾਸਤੇ ਆਉਂਦੇ ਹਾਂ। ਜੋ ਸ਼ਰਨੇ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਅਸੀਂ ਸ਼ਰਨ ਵਿੱਚ ਆਣ ਕੇ ਵਾਹਿਗੁਰੂ ਨਾਮ ਸਿਮਰਨ ਦਾ ਤਰੀਕਾ ਸਿੱਖਣਾ ਹੈ। ਨਾਮ ਸਿਮਰਨ ਦੁਆਰਾ ਅਸੀਂ ਆਪਣੇ ਮਨ ਨੂੰ ਸੋਹਣਾ ਤੇ ਸਾਫ਼ ਕਰਨਾ ਹੈ। ਸਿਮਰ ਸਿਮਰ ਮਨ ਤਨ ਸੁਖੀ, ਨਾਨਕ ਨਿਰਭਇਆ। ਸੁਖੀ ਜੀਵਨ ਬਣਾਉਣਾ ਹੈ ਪ੍ਰਭੂ ਦਾ ਨਾਮ ਜਪ ਕੇ। ਅਸੀਂ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਸੰਸਾਰੀ ਢਾਂਚੇ ਨੂੰ ਬਹੁਤ ਜ਼ਿਆਦਾ ਇਕੱਠਿਆਂ ਕਰ ਲਿਆ। ਬਹੁਤ ਲੋਕਾਂ ਦੇ ਨੇੜੇ ਹੋ ਗਏ ਤੇ ਬਹੁਤ ਸੰਸਾਰ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਲਿਆ, ਪਰ ਅੰਦਰ ਫਿਰ ਵੀ ਸ਼ਾਂਤੀ ਨਹੀਂ। ਸਾਹਿਬ ਦਾ ਫਰਮਾਨ ਹੈ ਕਿ ਤੂੰ ਸਿਮਰਨ ਕਰਿਆ ਕਰ, ਮਨ ਕਰਕੇ ਤਨ ਕਰਕੇ ਸਿਮਰਨ ਕਰਿਆ ਕਰ। ਮਨ ਤਨ ਕਰਕੇ ਤੂੰ ਸੁਖੀ ਹੋ ਜਾਵੇਂਗਾ। ਇਹ ਬਚਨ ਪਾਤਸ਼ਾਹ ਜੀ ਦੇ ਪਿਆਰ ਵਿੱਚ ਸਾਨੂੰ ਇਹ ਦਰਸਾਉਂਦੇ ਨੇ ਕਿ ਤੂੰ ਜਿਸ ਮੌਤ ਤੋਂ, ਜਿਨ੍ਹਾਂ ਦੁੱਖਾਂ ਤੋਂ, ਜਿਨ੍ਹਾਂ ਕਲੇਸ਼ਾਂ ਤੋਂ ਡਰਦਾ ਇਹਨਾਂ ਤੋਂ ਨਿਰਭੈ ਹੋ ਜਾਵੇਂਗਾ ਜਦੋਂ ਵਾਹਿਗੁਰੂ ਜੀ ਦੀ ਬੰਦਗੀ ਕਰਕੇ ਵਾਹਿਗੁਰੂ ਦੀ ਯਾਦ ਜਿਹੜੀ ਹੈ ਆਪਣੇ ਹਿਰਦੇ ਵਿੱਚ ਵਸਾ ਲਵੇਗਾ। ਇਹ ਪ੍ਰਭੂ ਭਗਤੀ ਦਾ ਤੈਨੂੰ ਫਲ ਮਿਲੇਗਾ। ਤੂੰ ਨਿਰਭਉ ਹੋ ਜਾਵੇਂਗਾ। ਪਰਮਾਤਮਾ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਅਕਾਲ ਮੂਰਤ ਹੈ, ਅਕਾਲ ਤੋਂ ਰਹਿਤ ਹੈ। ਉਹ ਕਿਸੇ ਤੋਂ ਡਰਦਾ ਨਹੀਂ, ਨਾ ਕਿਸੇ ਨੂੰ ਡਰਾਉਂਦਾ ਹੈ। ਉਹ ਭੈ ਭੀਤ ਨਹੀਂ ਹੁੰਦਾ, ਉਹ ਕਿਸੇ ਨਾਲ ਵੈਰ ਨਹੀਂ ਰੱਖਦਾ, ਉਹ ਸਭਨਾਂ ਦਾ ਭਲਾ ਮਨਾਉਂਦਾ ਹੈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਲਿਓ ਬਿਰਰਾਜਨ। ਇਹ ਸੁਭਾਅ ਸਿੱਖ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਕਰਦਾ ਹੈ ਕਿ ਮੈਨੂੰ ਆਹ ਸੁਭਾਅ ਦੇ, ਮੈਂ ਸਭਨਾਂ ਦਾ ਹਰਮਨ ਪਿਆਰਾ ਬਣ ਜਾਵਾਂ, ਸਾਰੇ ਮੇਰੇ ਹਰਮਨ ਪਿਆਰੇ ਬਣ ਜਾਣ। ਉਸ ਰੱਬੀ ਰੂਹਾਨੀਅਤ ਦਾ ਆਨੰਦ ਮੈਨੂੰ ਹਰ ਇੱਕ ਸਰੀਰ ਵਿੱਚੋਂ ਨਜ਼ਰ ਆਵੇ। ਮੈਨੂੰ ਹਰ ਮਨੁੱਖ ਜੀਵ ਦੇ ਵਿੱਚ ਪਾਤਸ਼ਾਹ ਤੂੰ ਨਜ਼ਰ ਆਵੇਂ। ਮੈਂ ਸੁਣਿਆ ਹੈ, ਮੇਰੀ ਭਾਵਨਾ ਹੈ ਕਿ ਮੈਂ ਸਾਰਿਆਂ ਵਿੱਚ ਤੈਨੂੰ ਵੇਖਾਂ। ਸਭ ਮੈਂ ਜੋਤ, ਜੋਤ ਹੈ ਸੋਏ ਮੈਂ ਸੁਣਿਆ ਸੀ, ਮੈਂ ਪੜ੍ਹਿਆ ਸੀ। ਹੁਣ ਮੇਰੀ ਭਾਵਨਾ ਇਹ ਹੈ
ਮੈਂ ਆਪ ਜੀ ਦੇ ਪਿਆਰੇ ਬੋਲਾਂ ਦੇ ਆਧਾਰ ਤੇ ਆਪ ਜੀ ਦੇ ਚਰਨਾਂ ਵਿੱਚ ਪੇਸ਼ ਹੋਇਆ ਹੈ ਕਿ ਮੈਨੂੰ ਮਨ ਕਰਕੇ ਤਨ ਕਰਕੇ ਹੁਣ ਤੱਕ ਕਿਤੇੋਂ ਸ਼ਾਂਤੀ ਨਹੀਂ ਮਿਲੀ। ਜਿਹੜੀ ਸ਼ਾਂਤੀ ਹੁਣ ਤੱਕ ਨਹੀਂ ਮਿਲੀ ਉਹ ਪਾਤਸ਼ਾਹ ਆਪਣਾ ਸਿਮਰਨ ਦੇਹ ਮੈਂ ਜਪ ਜੀਵਾਂ ਤੇਰੀ ਵਡਿਆਈ ਨੂੰ ਕਰਾਂ। ਪਾਤਸ਼ਾਹ ਜੀ ਅਗਲੇ ਪਿਆਰੇ ਸ਼ਬਦ ਦੇ ਵਿੱਚ ਬਿਲਾਵਲ ਮਹੱਲਾ 5ਵਾਂ ਦੇ ਸਰਲੇਖ ਹੇਠ ਸਾਨੂੰ ਰਹਾਉ ਪਲ ਦੀਆਂ ਬੰਦੀਆਂ ਪੰਕਤੀਆਂ ਸਰਵਣ ਕਰਵਾਉਂਦੇ ਨੇ। ਆਪਾਂ ਵਿਚਾਰ ਕਰਨੀ ਹੈ। ਅਕਾਲ ਪੁਰਖ ਵਾਹਿਗੁਰੂ ਤੋਂ ਮੰਗੀਏ ਪ੍ਰਭੂ ਭਗਤੀ ਦਾ ਪਿਆਰ, ਪ੍ਰਭੂ ਦੀ ਨੇੜਤਾ। ਇਸ ਜੀਵਨ ਦੇ ਰਾਹੀਂ ਅਸੀਂ ਰੱਬ ਦੇ ਦਰ ਦੇ ਉੱਤੇ ਪੇਸ਼ ਹੋ ਕੇ ਮੰਗ ਲਈਏ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਪਾਵੇਂ ਦਾਤ। ਸੰਸਾਰ ਦੀਆਂ ਦਾਤਾਂ ਅਸੀਂ ਬਹੁਤ ਪ੍ਰਾਪਤ ਕੀਤੀਆਂ, ਸੁੱਖ ਨਹੀਂ ਹੈ। ਤਨ ਵੀ ਸਾਡੇ ਵੱਸ ਵਿੱਚ ਨਹੀਂ ਤੇ ਮਨ ਵੀ ਸਾਡੇ ਵੱਸ ਨਹੀਂ। ਢੇਰ ਸਾਰੀਆਂ ਦੌਲਤਾਂ ਇਕੱਠੀਆਂ ਕਰ ਲਈਆਂ ਪਰ ਮਨ ਵਿੱਚ ਸ਼ਾਂਤੀ ਨਹੀਂ ਹੈ। ਸਰੀਰ ਰੋਗਾਂ ਦੇ ਕਰਕੇ ਤੜਫ ਰਹੇ ਨੇ। ਸੁਰਤ ਸਾਡੀ ਵਕਾਰੀ ਹੋ ਕੇ ਫੱਟੜ ਹੋਈ ਪਈ ਹੈ। ਨਾ ਦਿਨ ਵਿੱਚ ਚੈਨ ਹੈ, ਨਾ ਰਾਤ ਵਿੱਚ ਚੈਨ ਹੈ, ਨਾ ਘਰ ਪਰਿਵਾਰ ਵਿੱਚ ਸ਼ਾਂਤੀ ਹੈ ਤੇ ਨਾ ਬਾਹਰ ਕਿਤੇ ਹੈ। ਘਰ ਵਿੱਚ ਜੀ ਨਹੀਂ ਲੱਗਦਾ। ਸ਼ਾਂਤੀ ਲੈਣ ਵਾਸਤੇ ਅਸੀਂ ਧਰਮ ਸਥਾਨਾਂ ਤੇ ਆਉਂਦੇ ਹਾਂ। ਉੱਥੇ ਮਨ ਹੀ ਮਨ ਵਿੱਚ ਸਾਡੇ ਕਿਸੇ ਕਾਰਨ ਕਰਕੇ ਝਗੜਾ ਜਿਹਾ ਸ਼ੁਰੂ ਹੋ ਜਾਂਦਾ ਹੈ। ਅਸੀਂ ਰੱਬ ਨੂੰ ਰੱਬ ਮੰਨਦੇ ਹਾਂ ਪਰ ਰੱਬ ਦੀ ਨਹੀਂ ਮੰਨਦੇ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਪੁੱਠਾ ਜਾਏ। ਅਸੀਂ ਮੰਨਦੇ ਹਾਂ ਰੱਬ ਨੂੰ, ਪਰ ਜਿੱਥੇ ਰੱਬ ਵਾਲੀ ਗੱਲ ਆਉਂਦੀ ਹੈ, ਰੱਬ ਵਾਲੇ ਸੁਭਾਅ ਵਾਲੀ ਗੱਲ ਆਉਂਦੀ ਹੈ, ਰੱਬ ਵਾਲੀਆਂ ਦਾਤਾਂ ਪ੍ਰਾਪਤ ਕਰਨ ਦੀ ਗੱਲ ਆਉਂਦੀ ਹੈ, ਉੱਥੇ ਅਸੀਂ ਜਵਾਬ ਦੇ ਦਿੰਦੇ ਹਾਂ ਮੁੱਢੋਂ ਪੁੱਠਾ ਜਾਏ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕਰ ਪਾਏ। ਦੋਵੇਂ ਪੱਖ ਸਾਡੇ ਕੀਤੀ ਹੋਈ ਨਮਸਕਾਰ ਸਲਾਮ ਦੇ ਰੂਪ ਵਿੱਚ ਉਹ ਵੀ ਬੇਅਰਥ ਕਰੇਗੀ। ਕਿਉਂ? ਜਦੋਂ ਅਸੀਂ ਮੰਨ ਕੇ ਜਵਾਬ ਦਿੰਦੇ ਹਾਂ, ਸਲਾਮ ਜਵਾਬ ਦੋਵੇਂ ਕਰੇ। ਗੁਰੂ ਦਾ ਹੁਕਮ ਨਹੀਂ ਮੰਨਦੇ। ਸੁਰਤ ਸਾਡੀ ਵਿਖਰੀ ਹੈ, ਤਨ ਵੀ ਸਾਡੇ ਵੱਸ ਨਹੀਂ ਹੈ। ਅਸੀਂ ਪਰੇਸ਼ਾਨ ਹਾਂ, ਡਿਪਰੈਸ਼ਨ ਦੇ ਵਿੱਚ ਚਲੇ ਗਏ ਹਾਂ। ਸਾਨੂੰ ਆਪਣੇ ਆਪ ਦਾ ਪਤਾ ਨਹੀਂ। ਮੇਰੇ ਮਾਲਕ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ। ਸਾਨੂੰ ਸੁੰਦਰ ਪਿਆਰ ਦੇ ਵਿੱਚ ਦੱਸਦੇ ਹੈ ਕਿ ਤੂੰ ਆਪਣਾ ਮੂਲ ਪਛਾਣ, ਤੂੰ ਆਪਣੇ ਆਪ ਨੂੰ ਕੋਖ। ਗੁਰਬਾਣੀ ਦੇ ਪ੍ਰਕਾਸ਼ ਵਿੱਚੋਂ ਤੂੰ ਆਪਣਾ ਜੀਵਨ ਲੱਭ। ਜਿਵੇਂ ਅਸੀਂ ਘਰ ਵਿੱਚ ਗਵਾਚਾ ਸਮਾਨ ਹਨੇਰੇ ਵਿੱਚ ਲਾਈਟ ਜਗਾ ਕੇ ਪ੍ਰਾਪਤ ਕਰ ਲੈਂਦੇ ਹਾਂ, ਜਿੰਨਾ ਚਿਰ ਖਰੇਰਾ ਰੱਖਿਆ ਹੋਇਆ ਹੱਥੀ ਸਮਾਨ ਵੀ ਸਾਨੂੰ ਲੱਭਦਾ ਨਹੀਂ। ਤੂੰ ਆਪਣੀ ਜ਼ਿੰਦਗੀ ਦੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਉਸ ਹਨੇਰੇ ਨੂੰ ਦੂਰ ਕਰਕੇ ਤੇ ਨਾਮ ਪਦਾਰਥ ਦੇ ਖਜ਼ਾਨੇ ਵਿੱਚ ਜਾ ਸਕਦਾ ਹੈ। ਕਾਇਆ ਅੰਮ੍ਰਿਤ ਰਹੀ ਭਰਪੂਰੈ, ਪਾਈਐ ਸ਼ਬਦ ਵਿਚਾਰੀ। ਸ਼ਬਦ ਦੀ ਵਿਚਾਰ ਦੁਆਰਾ ਜਿਹੜਾ ਤੇਰੇ ਇਸ ਕਾਇਆ ਅੰਦਰ ਅੰਮ੍ਰਿਤ ਨਾਮ ਹੈ ਨਾ, ਉਹਦੀ ਤੂੰ ਸ਼ਬਦ ਦੀ ਰੋਸ਼ਨੀ ਵਿੱਚ ਪ੍ਰਾਪਤੀ ਕਰ ਸਕਦਾ ਹੈ। ਨਹੀਂ ਤਾਂ ਤੇਰਾ ਜੀਵਨ ਅਧੂਰਾ ਚਲੇ ਜਾਏਗਾ ਜੇ ਤੂੰ ਸ਼ਬਦ ਦੀ ਰੋਸ਼ਨੀ ਵਿੱਚ ਨਾ ਆਏ। ਸ਼ਬਦ ਦੀ ਵਿਚਾਰ ਧਿਆਨ ਨਾਲ ਨਾ ਕੀਤੀ, ਨਾ ਸੁਣੀ, ਨਾ ਵਿਚਾਰੀ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਅੰਦਰਲਾ ਇਸ਼ਨਾਨ। ਅਸੀਂ ਅੰਦਰਲਾ ਇਸ਼ਨਾਨ ਸੋਚਣਾ ਹੈ ਕਿ ਅੱਜ ਤੱਕ ਅੰਦਰ ਇਸ਼ਨਾਨ ਕਿਸ ਤਰ੍ਹਾਂ ਹੋ ਸਕਦਾ ਹੈ। ਸ਼ਬਦ ਦੁਆਰਾ ਹੋ ਸਕਦਾ ਹੈ। ਸੁਰਤ ਤੇ ਸ਼ਬਦ ਦਾ ਮਿਲਾਪ ਹੋਵੇਗਾ ਤੇ ਅੰਦਰ ਸਾਡੇ ਅੰਮ੍ਰਿਤ ਨਾਮ ਰਸ ਜਾਵੇਗਾ। ਅੰਮ੍ਰਿਤ ਨਾਮ ਰਸ ਸਾਡੀ ਆਤਮਾ ਦਾ ਇਸ਼ਨਾਨ ਹੋਵੇਗਾ। ਅਗਿਆਨਤਾ ਦਾ ਹਨੇਰਾ ਫੁੱਟ ਫੁੱਟ ਕੇ ਬਾਹਰ ਨਿਕਲੇਗਾ। ਅਸੀਂ ਸੋਚਾਂਗੇ ਜੋ ਅਸੀਂ ਹੁਣ ਤੱਕ ਕੀਤਾ ਹੈ ਉਹ ਵਾਕਿਆ ਰੱਬ ਦੇ ਦਰ ਤੇ ਪ੍ਰਵਾਨਿਆ ਨਹੀਂ ਗਿਆ। ਅਸੀਂ ਹਉਮੈ ਨੂੰ ਪੱਠੇ ਪਾਏ। ਅਸੀਂ ਹਉਮੈ ਹੰਕਾਰ ਦੇ ਦੁਆਲੇ ਇਹ ਜ਼ਿੰਦਗੀ ਹੁਣ ਤੱਕ ਬਹੁਤ ਜ਼ਿਆਦੀ ਅਜ਼ਾਈ ਕਰ ਲਈ, ਬਰਬਾਦ ਕਰ ਲਈ। ਹੁਣ ਸਾਡੇ ਹਿਰਦੇ ਜੀਵਨ ਵਿੱਚ ਇੱਕ ਸ਼ਬਦ ਦਾ ਨਿਸ਼ਾਨਾ ਵੱਜਿਆ ਹੈ। ਹੁਣ ਉਹ ਜਿਹੜੀ ਹੰਕਤਾ ਸੀ, ਉਹ ਜਿਹੜਾ ਹੰਕਾਰ ਸੀ, ਉਹ ਜਿਹੜਾ ਅਗਿਆਨਤਾ ਦਾ ਹਨੇਰਾ ਸੀ, ਉਹ ਦੂਰ ਹੋ ਗਿਆ ਹੈ। ਸਤਿਗੁਰ ਸੂਰਮਾ ਹੈ
ਬਾਹਿਆ ਬਾਣ ਜੋ ਇੱਕ ਲਾਗਤ ਹੀ ਕੋਈ ਗਿਰ ਪਰਿਆ ਪਰਾ ਕਰੀ ਦੇਸ਼ੀ। ਬਿਲਾਵਲ ਮਹੱਲਾ ਪੰਜਵਾਂ ਦੇ ਸਰਲੇਖ ਹੇਠ ਮੇਰੇ ਮਾਲਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਫਰਮਾਉਂਦੇ ਨੇ, ਕਰ ਧਰ ਮਸਤਕ ਥਾਪਿਆ, ਨਾਮ ਦੀਨੋ ਦਾਨ। ਕਰ ਮਸਤਕ, ਕਰ ਮੇਜ ਹੱਥ ਧਰ ਦਿੱਤਾ ਸਾਡੇ ਮੱਥੇ ਸਿਰ ਉੱਤੇ, ਤੇ ਦਿੱਤਾ ਕੀ? ਪਾਤਸ਼ਾਹ ਜੀ ਨੇ ਜਦੋਂ ਜੀਵ ਦੀ ਜਗਿਆਸਾ ਨੂੰ ਭਾਗ ਲਾਉਣੇ ਨੇ ਤੇ ਵਾਹਿਗੁਰੂ ਜੀ ਆਪਣਾ ਹੱਥ ਜਿਹੜਾ ਨਾ, ਹੱਥ ਮਿੰਜ ਇੱਕ ਵਚਨ ਹੈ ਰਹਿਮਤ ਦਾ ਹੱਥ, ਮੇਰੇ ਹੀਰੇ ਰਤਨ ਨਾਮ ਹਰ ਵਸਿਆ। ਮੇਰੇ ਹਿਰਦੇ ਵਿੱਚ ਨਾਮ ਹਰੀ ਦਾ ਵਸਿਆ। ਜਦੋਂ ਵਸ ਗਿਆ ਮੇਰੇ ਹਿਰਦੇ ਵਿੱਚ ਨਾਮ, ਤੇ ਮੇਰੇ ਸਿਰ ਦੇ ਉੱਤੇ ਵਾਹਿਗੁਰੂ ਜੀ ਨੇ ਆਪਣਾ ਰਹਿਮਤਾਂ ਦਾ, ਆਪਣੀ ਦਿਆਲਤਾ ਦਾ ਹੱਥ ਧਰ ਕੇ ਮੇਰੇ ਜੀਵਨ ਉੱਤੇ ਤਰਸ ਕਰ ਦਿੱਤਾ। ਕਰ ਧਰ ਮਸਤਕ ਥਾਪਿਆ, ਨਾਮ ਦੀਨੋ ਦਾਨ। ਦਾਨ ਦੇ ਵਿੱਚ ਮੈਨੂੰ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਨੇ ਨਾਮ ਦਾ ਦਾਨ ਦਿੱਤਾ ਹੈ। ਸਫਲ ਸੇਵਾ ਪਾਰ ਬ੍ਰਹਮ ਕੀ, ਤਾਂ ਕੀ ਨਹੀਂ ਹਾਨ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਜਿਸ ਮਨੁੱਖ ਨੇ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਕੀਤੀ ਹੈ, ਸੇਵਾ ਦੇ ਕਈ ਰੂਪ ਨੇ। ਕੋਈ ਗੁਰੂ ਕੇ ਲੰਗਰਾਂ ਵਿੱਚ ਭਾਂਡੇ ਮਾਂਜਦਾ ਹੈ, ਕੋਈ ਗੁਰੂ ਕੇ ਲੰਗਰ ਤਿਆਰ ਕਰਦਾ ਹੈ, ਕੋਈ ਗੁਰੂ ਕੇ ਲੰਗਰ ਸੰਗਤਾਂ ਨੂੰ ਵਰਤਾਉਂਦਾ ਹੈ, ਕੋਈ ਗੁਰੂ ਕਾ ਸਿੱਖ ਛਕਦਾ ਹੈ। ਛਕਣ ਦੀ ਬਹੁਤ ਵੱਡੀ ਮਹਾਨਤਾ ਮੇਰੇ ਰੱਬ ਦੇ ਦਰ ਤੇ ਸਤਿਗੁਰੂ ਦੀ ਸਾਰੀ ਸੇਵਾ ਹੈ ਜੀ। ਅਸੀਂ ਇਸ ਬਾਹਰੀ ਤੌਰ ਤੇ ਜੋ ਕਿ ਸਾਡੇ ਧਰਮ ਸਥਾਨਾਂ ਤੇ ਵਰਤਦੀ ਆ, ਉਹ ਵੀ ਇੱਕ ਮੁਬਾਰਕ ਹੈ। ਇੱਕ ਸੇਵਾ ਹੈ ਸਾਡੇ ਅੰਦਰ ਦੀ ਨਾਮ ਸਿਮਰਨ ਅਭਿਆਸ। ਉਹ ਸਤਿਗੁਰੂ ਦੀ ਸੇਵਾ ਹੈ ਕਿ ਵਾਹਿਗੁਰੂ ਦੀ ਯਾਦ ਨੂੰ ਹਮੇਸ਼ਾ ਅਸੀਂ ਹਿਰਦੇ ਵਿੱਚ ਵਸਾਉਣਾ ਹੈ। ਇੱਕ ਛਿਨ ਮਾਤਰ ਵੀ ਵਾਹਿਗੁਰੂ ਨੂੰ ਨਹੀਂ ਭੁਲਾਉਣਾ। ਜੇ ਛਕਣ ਵਾਲਾ ਗੁਰੂ ਕਾ ਲੰਗਰ ਕੋਈ ਪ੍ਰੇਮੀ ਸੰਗਤ ਵਿੱਚ ਨਾ ਆਵੇ, ਸਾਰੇ ਬਣਾਏ ਜਾਣ, ਸਾਰੇ ਪਕਾਏ ਜਾਣ, ਸੰਗਤ ਦੇ ਝੂਠੇ ਭਾਂਡੇ ਕਿਵੇਂ ਹੋਣਗੇ? ਸੰਗਤ ਤੇ ਨਾਲ ਹੀ ਹੋਣਗੇ, ਝੂਠੇ ਭਾਂਡੇ ਨਹੀਂ ਹੋਣਗੇ। ਲੰਗਰ ਕੌਣ ਛਕੇਗਾ? ਉਸ ਲੰਗਰ ਬਣਾਏ ਦਾ ਕੀ ਫਾਇਦਾ ਹੈ? ਇੱਥੋਂ ਅਸੀਂ ਸੁਰਤ ਸ਼ਬਦ ਵਾਲੇ ਬੰਨੇ ਲੈ ਕੇ ਆਉਣੀ ਹੈ ਕਿ ਅਸੀਂ ਸ਼ਬਦ ਨੂੰ ਵਿਚਾਰਦੇ ਹਾਂ, ਸ਼ਬਦ ਨੂੰ ਪ੍ਰਚਾਰਦੇ ਹਾਂ। ਗੁਰੂ ਦੇ ਸ਼ਬਦ ਦਾ ਲੰਗਰ ਚੱਲ ਰਿਹਾ ਹੈ ਇਸ ਬਿਲਡਿੰਗ ਦੇ ਅੰਦਰ, ਇਸ ਧਰਮ ਸਥਾਨ ਤੇ, ਇਸ ਗੁਰਦੁਆਰਾ ਸਾਹਿਬ ਦੇ ਵਿੱਚ। ਜੇ ਸੰਗਤ ਜਾਂ ਜਗਿਆਸਾ ਵਾਲੇ ਮਨੁੱਖ ਇਸ ਜਗ੍ਹਾ ਤੇ ਆਣ ਕੇ ਗੁਰੂ ਸ਼ਬਦ ਨਹੀਂ ਛਕਦੇ, ਤੇ ਫਿਰ ਲਾਭ ਕੌਣ ਲਵੇਗਾ? ਉਹ ਲਵੇਗਾ ਜਿਹੜਾ ਛਕ ਰਿਹਾ ਹੈ। ਸਤਿਗੁਰ ਕੀ ਸੇਵਾ ਸਫਲ ਹੈ। ਅਸੀਂ ਬਾਹਰਲੀ ਸੇਵਾ ਗੁਰੂ ਲੰਗਰ ਦੀ ਤੇ ਇੱਕ ਸਾਡੇ ਹਿਰਦੇ ਅੰਤੇ ਕਰਨ ਦੀ ਸੇਵਾ ਜਿਹੜੀ ਆ, ਅਸੀਂ ਦੋਨਾਂ ਨੂੰ ਵਿਚਾਰੀਏ ਕਿ ਜੇ ਉਹ ਛਕਾਉਣ ਵਾਸਤੇ ਗੁਰੂ ਦੇ ਪਿਆਰ ਵਾਲਿਆਂ ਅੰਮ੍ਰਿਤ ਵੇਲੇ ਤੋਂ ਭੋਜਨ ਤਿਆਰ ਕੀਤਾ ਹੈ, ਕੋਈ ਛਕਣ ਵਾਲਾ ਨਹੀਂ, ਤੇ ਉਸ ਲੰਗਰ ਦਾ ਕੀ ਮੁੱਲ ਪਿਆ, ਕੀ ਸਤਿਕਾਰ ਹੋਵੇਗਾ? ਇਹ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਸ਼ਬਦ ਦਾ ਲੰਗਰ ਚੱਲ ਰਿਹਾ ਹੈ, ਇਹਦਾ ਕੀ ਫਲ ਪ੍ਰਾਪਤ ਹੋਵੇਗਾ? ਸਾਨੂੰ ਆਪ ਗੁਰੂ ਸ਼ਬਦ ਤਿਆਰ ਕਰਨਾ ਚਾਹੀਦਾ ਹੈ ਤੇ ਗੁਰੂ ਸ਼ਬਦ ਨੂੰ ਆਪ ਛਕਣਾ ਚਾਹੀਦਾ ਹੈ। ਆਏ ਜੋ ਗੁਰਮੁਖ ਪਿਆਰੇ ਜਨ, ਆਪ ਸਤਿਗੁਰੂ ਜੀ ਦੇ ਪਿਆਰੇ ਸ਼ਬਦ ਨੂੰ ਛਕਣ ਵਾਸਤੇ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਜੁੜ ਮਿਲ ਕੇ ਬੈਠੇ। ਇਹ ਗੁਰੂ ਕਾ ਸ਼ਬਦ ਲੰਗਰ ਹੈ। ਇਹਦੋਂ ਉਪਰੰਤ
ਗੁਰੂ ਕੇ ਲੰਗਰਾਂ ਵਿੱਚ, ਗੁਰੂ ਕੇ ਮੰਦਰਾਂ ਦੇ ਵਿੱਚ ਭੋਜਨ ਲੰਗਰ ਜੋ ਸਾਡੇ ਤਨ ਦੀ ਭੁੱਖ ਨੂੰ ਮਿਟਾਉਂਦਾ ਹੈ, ਆਪ ਜੀਆਂ ਨੇ ਉਹ ਛਕਣਾ ਹੈ। ਦੋਨੇ ਲੰਗਰਾਂ ਦੀ ਬੜੀ ਵੱਡੀ ਮਹਾਨਤਾ ਹੈ। ਆਮ ਥਾਵਾਂ ਤੇ ਅਸੀਂ ਧਰਮ ਸਥਾਨਾਂ ਤੇ ਜਾਂਦੇ ਹਾਂ ਜਿਹੜੇ ਕਿ ਸਾਡੇ ਤੋਂ ਹੋਰ ਦੂਸਰੇ ਧਰਮਾਂ ਦੇ ਲੋਕ ਨੇ, ਕਿਤੇ ਉਹਨਾਂ ਦੇ ਧਰਮ ਦਾ ਪ੍ਰਚਾਰ ਤਾਂ ਹੋ ਸਕਦਾ ਹੈ, ਉੱਥੇ ਆਪ ਤ੍ਰਿਪਤੀ ਨਹੀਂ ਹੋ ਸਕਦੀ। ਅਸੀਂ ਅੱਜ ਉਹਨਾਂ ਲੋਕਾਂ ਤੋਂ ਵੀ ਸੁਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਜੋ ਸਿੱਖ ਕੌਮ ਤੇ ਹੋਈ ਹੈ, ਦੁੱਖ ਵਿੱਚ ਸੁੱਖ ਵਿੱਚ, ਉੱਥੇ ਦੋਨੇ ਚੀਜ਼ਾਂ ਚੱਲਦੀਆਂ। ਕਿਤੇ ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਕਿਤੇ ਗੁਰੂ ਕਾ ਲੰਗਰ ਚੱਲ ਰਿਹਾ ਹੈ। ਧਿਆਨ ਉਹਨਾਂ ਥਾਵਾਂ ਤੇ ਲੈ ਕੇ ਜਾਣਾ ਹੈ ਜਿੱਥੇ ਅੱਜ ਵੀ ਸਿੱਖ ਗੁਰੂ ਦੇ ਡਟੇ ਹੋਏ ਆ, ਭਾਵਨਾ ਕਰਕੇ। ਮੇਰੇ ਮਾਲਕ ਪਾਤਸ਼ਾਹ ਪਾਰਬ੍ਰਹਮ ਪਰਮੇਸ਼ਰ ਜੀ ਸਾਨੂੰ ਇਹ ਬਚਨ ਦਰਸਾਉਂਦੇ ਆ ਕਿ ਹੇ ਭਾਈ, ਜਿਹੜਾ ਮਨੁੱਖ ਪਾਰਬ੍ਰਹਮ ਵਾਹਿਗੁਰੂ ਦੀ ਸ਼ਰਨ ਪਕੜਦਾ ਹੈ ਨਾ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਰਹਿੰਦਾ। ਉਹ ਮਨ ਕਰਕੇ, ਤਨ ਕਰਕੇ, ਸੁਰਤ ਕਰਕੇ, ਭਾਵਨਾ ਕਰਕੇ ਦੁਨੀਆ ਦੇ ਅੰਦਰ ਬਹੁਤ ਵੱਡਾ ਬਲਵਾਨ ਹੁੰਦਾ ਹੈ। ਉਹਦੇ ਅੰਦਰ ਕਿਰਤ ਕਰਨ ਦਾ ਸ਼ੌਂਕ ਜਾਗਦਾ ਹੈ, ਚਾਅ ਜਾਗਦਾ ਹੈ, ਭਾਵਨਾ ਬਣਦੀ ਹੈ ਕਿ ਇਹ ਸ਼ਬਦ ਮੈਂ ਕਿਸੇ ਨੂੰ ਸੁਣਾਵਾਂ, ਇਹ ਗੁਰੂ ਕਾ ਲੰਗਰ ਤਿਆਰ ਕਰਕੇ ਮੈਂ ਪੰਗਤਾਂ ਲਾ ਕੇ ਕਿਸੇ ਨੂੰ ਛਕਾਵਾਂ। ਸਾਡੀ ਭਾਵਨਾ ਹੈ, ਉਹਨੂੰ ਹਾਨੀ ਨਹੀਂ ਹੁੰਦੀ, ਉਹਨੂੰ ਘਾਟਾ ਨਹੀਂ ਰਹਿੰਦਾ। ਅੱਜ ਵੱਡਾ ਖਜ਼ਾਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਖ ਕੌਮ ਦੇ ਹਿਰਦਿਆਂ, ਝੋਲੀ ਰੂਪੀ ਹਿਰਦਿਆਂ ਵਿੱਚ, ਝੋਲੀ ਵਿੱਚ ਪਾਇਆ ਹੈ। ਨਾਮ ਦਾਨ, ਕਿਰਤ ਕਰਨਾ, ਨਾਮ ਜਪਣਾ, ਵੰਡ ਕੇ ਛਕਣਾ। ਇਸੇ ਕਰਕੇ ਸਿੱਖ ਕੌਮ ਦਾ, ਗੁਰੂ ਨੂੰ ਮੰਨਣ ਵਾਲਿਆਂ ਦਾ, ਉਹਨਾਂ ਗੁਰਮੁਖਾਂ ਦਾ ਸਿਰ ਉੱਚਾ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਸਿਧਾਂਤ ਹੈ, ਗੁਰੂ ਦਾ ਹੁਕਮ ਹੈ। ਗੁਰੂ ਦੇ ਪਿਆਰਿਆਂ ਨੂੰ ਪਿਆਰਾ ਕੌਣ ਹੈ? ਜੋ ਪਿਆਰਾ ਪ੍ਰਭੂ ਨੂੰ ਪਿਆਰ ਕਰਦਾ ਹੈ, ਪ੍ਰਭੂ ਦੇ ਸਿਧਾਂਤ ਨੂੰ ਸਮਝਦਾ ਹੈ, ਇਸ ਆਪਣੀ ਭਾਵਨਾ ਨੂੰ ਗੁਰੂ ਦੇ ਦਰ ਦੇ ਉੱਤੇ ਅਰਪਣ ਕਰ ਦਿੰਦਾ ਹੈ। ਇਹ ਰਹਿਮਤ ਮੇਰੇ ਰੱਬ ਦੀ, ਪਰਮੇਸ਼ਰ ਦੀ ਸਿੱਖ ਕੌਮ ਦੀ ਝੋਲੀ ਵਿੱਚ ਪਾਈ ਹੈ। ਸਾਹਿਬ ਦਾ ਫਰਮਾਨ ਹੈ, ਸਫਲ ਸੇਵਾ ਪਾਰ ਬ੍ਰਹਮ ਕੀ, ਤਾਂ ਕੀ ਨਹੀਂ ਹਾਨ। ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੀ ਸਫਲ ਸੇਵਾ ਹੈ। ਪ੍ਰਭੂ ਖੁਸ਼ ਹੈ ਜੇ ਪ੍ਰਭੂ ਦਾ ਹੁਕਮ, ਪ੍ਰਭੂ ਦਾ ਨਾਮ, ਪ੍ਰਭੂ ਦੀ ਯਾਦ ਸਾਡੇ ਜੀਵਨ ਵਿੱਚ ਆ ਗਈ ਆ, ਤੇ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਉਹ ਖੁਸ਼ ਹੈ ਤੇ ਮਨੁੱਖ ਦੀ, ਇਸ ਜੀਵ ਦੀ ਉਹ ਹਾਨੀ ਨਹੀਂ ਹੋਣ ਦਿੰਦਾ, ਭਾਵ ਕਿ ਕਿਤੇ ਉਹਨੂੰ ਨੀਵਾ ਨਹੀਂ ਹੋਣ ਦਿੰਦਾ। ਸਦਾ ਹੀ ਉਸ ਮਨੁੱਖ ਦਾ ਹਿਰਦਾ ਵਿਸ਼ਾਲ ਬਣਿਆ ਰਹਿੰਦਾ ਹੈ। ਯਾਦ ਆਏ ਨੇ ਭਗਤ ਕਬੀਰ ਸਾਹਿਬ ਜੀ ਦੇ ਪਿਆਰੇ ਬੋਲ, ਸਿੱਖ ਕਿਸੇ ਤੋਂ ਮੰਗਦਾ ਨਹੀਂ, ਸਿੱਖ ਰੱਬ ਤੋਂ ਮੰਗਦਾ ਹੈ। ਭਗਤ ਜੀ ਨੇ ਬੜੇ ਸੋਹਣੇ ਬਚਨ ਕਹਿਦੇ, ਵਾਹਿਗੁਰੂ ਮੈਂ ਤੇਰੀ ਸੇਵਾ ਕਰਦਾ ਹਾਂ, ਮੈਂ ਤੇਰੇ ਤੋਂ ਮੰਗਣਾ ਹੈ। ਮੰਨ ਲਓ ਕਿ ਮੈਂ ਗਰੀਬ ਹਾਂ, ਮੈਂ ਮੰਗਣਾ ਤੇਰੇ ਤੋਂ ਹਾਂ, ਮੈਂ ਤੇਰੇ ਦਰ ਦਾ ਭਿਖਾਰੀ ਹਾਂ। ਮੰਗੂ ਕਾਹੇ ਰੰਕ ਸਭ ਦੇਖੂੰ, ਤੁਮ ਹੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਵਿਪ ਸਦਾਮਾ, ਤਿਨ ਕੋ ਕਿਰਪਾ ਪਈ ਹੈ ਪਾਰ। ਕਹੇ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਮੇਰੀ ਗਰੀਬੀ ਅੰਦਰਲੀ ਤੇ ਬਾਹਰਲੀ, ਹੈ ਕਾਲ ਪੁਰਖ ਵਾਹਿਗੁਰੂ ਮੇਰੇ ਰਾਮ। ਵਾਹਿਗੁਰੂ ਜੀ ਤੁਸੀਂ ਕੱਢ ਸਕਦੇ ਹੋ। ਇਸ ਸੰਸਾਰ ਦੇ ਤਮਾਮ ਲੋਕ ਤਾਂ ਸਾਰੇ ਕੰਗਾਲ ਨੇ, ਇਹ ਤਾਂ ਪਹਿਲਾਂ ਹੀ ਮੰਗਤੇ ਨੇ, ਤੇਰੇ ਤੋਂ ਮੰਗ ਰਹੇ ਨੇ। ਤੂੰ ਨਿਜਪਤ ਹੈ ਦਾਤਾ, ਤੂੰ ਨਿਜੀ ਦਾਤਾ ਹੈ, ਆਪਣੇ ਆਪ ਤੋਂ ਦਾਤਾਂ ਦੇਣ ਵਾਲਾ। ਮੈਂ ਤੇਰੇ ਤੋਂ ਮੰਗਣਾ, ਮੈਂ ਇਸ ਸੰਸਾਰ ਤੋਂ ਨਹੀਂ ਮੰਗਣਾ। ਇਹ ਤਾਂ ਪਹਿਲਾਂ ਹੀ ਕੰਗਾਲਾਂ ਦੀ ਬਹੁਤ ਵੱਡੀ ਲੈਣ ਲੱਗੀ ਹੋਈ। ਸਫਲ ਸੇਵਾ ਪਾਰ ਬ੍ਰਹਮ ਕੀ, ਤਾਂ ਕੀ ਨਹੀਂ ਹਾਨ। ਪਾਤਸ਼ਾਹ ਜੀ ਰਹਿਮਤ ਕਰਨ, ਕਿਰਪਾ ਕਰਨ, ਸਾਨੂੰ ਸਤਿਗੁਰੂ ਜੀ ਦੇ ਦਰ ਤੇ ਹਾਜ਼ਰੀ ਭਰਨੀ ਆ ਜਾਵੇ, ਸਾਨੂੰ ਅੰਦਰਲੀ ਤੇ ਬਾਹਰਲੀ ਸੇਵਾ ਕਮਾਉਣੀ ਆ ਜਾਵੇ, ਸਾਨੂੰ ਗੁਰੂ ਤੋਂ ਮੰਗਣਾ ਆ ਜਾਵੇ। ਅਸੀਂ ਹੋਰ ਕਿਸੇ ਤੋਂ ਨਾ ਮੰਗੀਏ। ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ।
ਭਾਵੇਂ ਅਸੀਂ ਆਪਣੇ ਕਈ ਕਾਰਨਾਂ ਦੀਆਂ ਮੰਗਾਂ ਲੈ ਕੇ, ਕਈ ਰੂਪ ਦੀਆਂ ਮੰਗਾਂ ਲੈ ਕੇ ਗੁਰੂ ਦੇ ਦਰ ਤੇ ਮਸਤਕ ਹੁੰਨੇ ਆ, ਨਕ ਨਮਸਤਕ ਹੋ ਕਰਕੇ ਅਸੀਂ ਮੰਗਾਂ ਮੰਗਦੇ ਆ। ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਦੌਲਤਾਂ ਮੰਗਦਾ ਹੈ, ਕੋਈ ਸਰੀਰਕ ਤੰਦਰੁਸਤੀ ਮੰਗਦਾ ਹੈ। ਮੇਰੇ ਪਾਤਸ਼ਾਹ ਜੀ ਆਖਦੇ ਨੇ, ਜੇ ਤੁਸੀਂ ਆਪਣੀ ਲੋੜ ਦਾ ਕਰਕੇ ਵੀ ਗੁਰੂ ਦੀ ਦਰ ਤੇ ਆਉਂਦੇ ਹੋ ਨਾ, ਤੇ ਗੁਰੂ ਫਿਰ ਵੀ ਮੁਕਤੀ ਦਾ, ਮਲਾਪ ਦਾ ਦਾਨ ਨਹੀਂ ਦੇ ਕੇ ਤੇ ਨਾਲ ਖਜ਼ਾਨੇ ਵੀ ਭਰਪੂਰ ਕਰਦੇ ਨੇ, ਕਿਤੇ ਉਹ ਹਾਨੀ ਨਹੀਂ ਹੋਣ ਦਿੰਦੇ। ਉਹ ਪਾਰ ਬ੍ਰਹਮ ਪਰਮੇਸ਼ਰ ਇੰਨਾ ਦਿਆਲੂ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਹਿਰਦਿ ਸੁਆਮੀ ਸੰਦਾ ਵੈ, ਗੁਰੂ ਕਿਰਪਾ ਕਰ ਦਿੰਦੇ ਆ, ਰਹਿਮਤ ਕਰ ਦਿੰਦੇ ਆ। ਆਪਾਂ ਗੁਰੂ ਤੋਂ ਮੰਗਣਾ ਸਿੱਖੀਏ, ਗੁਰੂ ਦੇ ਦਰ ਤੇ ਆਉਣਾ ਸ਼ੁਰੂ ਕਰੀਏ। ਸਹਿਜੇ ਸਹਿਜੇ ਸਾਨੂੰ ਯਕੀਨ ਬਣੇਗਾ ਕਿ ਗੁਰੂ ਦੀ ਸੇਵਾ ਜਿਹੜੀ ਉੱਤਮ ਹੈ, ਗੁਰੂ ਕਿਸੇ ਨੂੰ ਨੀਵਾ ਨਹੀਂ ਕਰਦਾ। ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ, ਐਸੇ ਦਰ ਨੂੰ ਫਿਰ ਕਿਉਂ ਛੱਡਣਾ ਹੈ? ਜਿੱਥੋਂ ਇੱਜ਼ਤ ਵੀ ਮਿਲਦੀ ਹੈ, ਜਿੱਥੋਂ ਨਾਮ ਵੀ ਮਿਲਦਾ ਹੈ, ਜਿੱਥੋਂ ਸਾਰੀਆਂ ਦੁਨੀਆ ਦੀਆਂ ਦੌਲਤਾਂ ਮਿਲਦੀਆਂ, ਤੰਦਰੁਸਤੀਆਂ ਮਿਲਦੀਆਂ ਹੈ, ਇਸ ਦਰ ਦੇ ਉੱਤੇ ਆਪਾਂ ਹਰ ਰੋਜ਼ ਸਮੇਂ ਚੋਂ ਸਮਾਂ ਕੱਢ ਕੇ ਹਾਜ਼ਰੀ ਲਵਾਇਆ ਕਰੀਏ। ਇੱਥੇ ਆਪਾਂ ਵਿਚਾਰ ਨੂੰ ਸੰਪੰਨ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਕਿਰਪਾ ਕਰਨ, ਆਪਣੀ ਸੇਵਾ ਆਪ ਲੈ ਲੈਣ। ਬੇਅੰਤ ਕੁਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।